Now, hello students, ਅੱਜ ਅਸੀਂ ਨੈਕਸਟ ਟੌਪਿਕ ਕਰਾਂਗੇ ਦੈਟ ਇਜ਼ ਦ ਅਰਥ ਮੈਗਨੇਟਿਜ਼ਮ ਕਿ ਅਰਥ ਮੈਗਨੇਟਿਜ਼ਮ ਬਾਰੇ ਅਸੀਂ ਡਿਸਕਸ ਕਰਾਂਗੇ। ਨਾਓ ਅਰਥ behaves as a magnet. This is first of all described by William Gilbert in 1600। 1600 ਈਸਵੀ ਵਿੱਚ ਵਿਲੀਅਮ ਗਿਲਬਰਟ ਨੇ ਸਭ ਤੋਂ ਪਹਿਲਾਂ ਇਹ ਚੀਜ਼ ਡਿਸਕਰਾਈਬ ਕੀਤੀ ਸੀ ਕਿ ਸਾਡੀ ਅਰਥ ਜਿਹੜੀ ਹੈ ਉਹ ਇੱਕ ਹਿਊਜ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ ਹੈ ਔਰ ਇਸ ਅਰਥ ਦਾ ਜਿਵੇਂ ਇਹ ਨਾਰਥ ਪੋਲ ਹੈ, ਜੋਗ੍ਰਾਫਿਕ ਨਾਰਥ ਪੋਲ ਹੈ ਔਰ ਇਹ ਅਰਥ ਦਾ ਜੋਗ੍ਰਾਫਿਕ ਸਾਊਥ ਪੋਲ ਹੈ ਜਿੱਥੋਂ ਦੀ ਸਾਡੇ ਐਕਸਿਸ ਅਰਥ ਦੇ ਐਕਸਿਸ ਪਾਸ ਕਰਦੇ ਨੇ। ਲੇਕਿਨ ਜਿਹੜਾ ਮੈਗਨੈਟਿਕ ਨਾਰਥ ਪੋਲ ਹੈ ਉਹ ਨੀਚੇ ਹੈ, ਮੈਗਨੇਟ ਦਾ ਨਾਰਥ ਪੋਲ ਨੀਚੇ ਹੈ ਅਤੇ ਮੈਗਨੇਟ ਦਾ ਸਾਊਥ ਪੋਲ ਜਿਹੜਾ ਹੈ ਉਹ ਉੱਪਰ ਹੈ। ਨਾ ਮੈਗਨੈਟਿਕ ਸਾਊਥ ਪੋਲ ਜਿਹੜਾ ਹੈ ਦੈਟ ਇਜ਼ ਨੀਅਰ ਇਨ ਨਾਰਥ ਕੈਨੇਡਾ ਅਤੇ ਮੈਗਨੈਟਿਕ ਸਾਊਥ ਪੋਲ ਨਾਰਥ ਕੈਨੇਡਾ ਦੇ ਵਿੱਚ ਹੈ ਅਤੇ ਮੈਗਨੈਟਿਕ ਨਾਰਥ ਪੋਲ ਜਿਹੜਾ ਕਿ ਨੀਚੇ ਹੈ ਉਹ ਇੰਟਾਰਕਟਿਕਾ ਦੇ ਵਿੱਚ ਹੈ। ਇਟ ਇਜ਼ ਇਨ ਇੰਟਾਰਕਟਿਕਾ। ਨਾ ਇਹ ਜਿਹੜਾ ਐਂਗਲ ਹੈ ਬਿਟਵੀਨ ਦ ਐਕਸਿਸ ਐਂਡ ਦ ਇਹ ਜੋਗ੍ਰਾਫਿਕ ਮਰੀਡੀਅਨ ਜੋਗ੍ਰਾਫਿਕ ਐਕਸਿਸ ਨੇ ਔਰ ਇਹ ਮੈਗਨੈਟਿਕ ਨੇ ਔਰ ਇਹਨਾਂ ਦੇ ਵਿੱਚ ਐਂਗਲ ਜਿਹੜਾ ਅਪਰੋਕਸੀਮੇਟਲੀ 11.3 ਡਿਗਰੀ ਦਾ ਐਂਗਲ ਇਹਦੇ ਵਿੱਚ ਹੈ। ਮਤਲਬ ਜਿਹੜਾ ਮੈਗਨੈਟਿਕ ਐਕਸਿਸ ਹੈ ਉਹ ਇਸ ਜਗ੍ਹਾ ਤੋਂ ਪਾਸ ਕਰ ਰਿਹਾ, ਉਹਦਾ ਸਾਊਥ ਪੋਲ ਨਾਰਥ ਕੈਨੇਡਾ ਦੇ ਵਿੱਚ ਹੈ, ਨਾਰਥ ਪੋਲ ਅੰਟਾਰਕਟਿਕਾ ਵਿੱਚ ਹੈ ਔਰ ਇਹ ਜੋਗ੍ਰਾਫਿਕ ਐਕਸਿਸ ਨੇ ਅਰਥ ਦੀ। ਇਹ ਡਿਫਰੈਂਸ ਆਉਂਦਾ ਹੈ। Now this was first of all described by the scientist William Gilbert ਨੇ ਇਹਦੇ ਬਾਰੇ ਡਿਸਕਰਾਈਬ ਕੀਤਾ ਸੀ। ਨਾ ਇਹਦੇ ਐਵੀਡੈਂਸਿਸ ਉਹਨਾਂ ਨੂੰ ਕਿੱਥੋਂ ਮਿਲੇ, ਕਿੱਥੋਂ ਉਹਨਾਂ ਨੂੰ ਪਤਾ ਚੱਲਿਆ ਕਿ ਜਿਹੜੀ ਅਰਥ ਹੈ ਉਹ ਇੱਕ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ ਹੈ। ਸਭ ਤੋਂ ਪਹਿਲੀ ਚੀਜ਼ ਜਿਹੜੀ ਕਿ ਸਾਨੂੰ ਪਤਾ ਚੱਲਦੀ ਹੈ ਕਿ ਅਗਰ ਇੱਧਰਲੇ ਪਾਸੇ ਦਿਸ ਇਜ਼ ਦ ਸਾਊਥ ਡਾਇਰੈਕਸ਼ਨ, ਅਗਰ ਇਹ ਨਾਰਥ ਡਾਇਰੈਕਸ਼ਨ ਹੈ ਔਰ ਅਗਰ ਅਸੀਂ ਮੈਗਨੇਟ ਨੂੰ ਸਿੰਪਲੀ ਥ੍ਰੈਡ ਦੇ ਨਾਲ ਸਸਪੈਂਡ ਕਰਕੇ ਉਹਨੂੰ ਫਰੀਲੀ ਸਸਪੈਂਡ ਕਰੀਏ, ਪਕੜੀਏ ਨਾ, ਅਤੇ ਉਹ ਹਮੇਸ਼ਾ ਆਪਣੇ ਆਪ ਨੂੰ ਇਸ ਐਂਗਲ ਦੇ ਵਿੱਚ ਇਨਕਲਾਈਨ ਕਰਦਾ ਹੈ, ਨਾ ਕਿ ਨਾਰਥ ਸਾਊਥ ਡਾਇਰੈਕਸ਼ਨ ਦੇ ਵਿੱਚ ਇਨਕਲਾਈਨ ਕਰਦਾ ਹੈ। ਦੇਅਰ ਇਜ਼ ਸਮ ਐਂਗਲ ਆਲਵੇਜ਼, ਇਸ ਹਮੇਸ਼ਾ ਐਂਗਲ ਥੋੜ੍ਹਾ ਜਿਹਾ ਐਂਗਲ ਤੁਹਾਨੂੰ ਹਮੇਸ਼ਾ ਮਿਲ ਜਾਏਗਾ ਜਿਹਨੂੰ ਅਸੀਂ ਐਂਗਲ ਆਫ ਡਿਕਲੀਨੇਸ਼ਨ ਕਹਿੰਦੇ ਹਾਂ। ਦਿਸ ਇਜ਼ ਐਂਗਲ ਆਫ ਡਿਕਲੀਨੇਸ਼ਨ ਜਿਹਨੂੰ ਅਸੀਂ ਥੀਟਾ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਸਭ ਤੋਂ ਪਹਿਲੀ ਚੀਜ਼ ਨੇ ਉਹਨਾਂ ਨੂੰ ਇਹ ਪਤਾ ਚੱਲੀ ਕਿ ਹਮੇਸ਼ਾ ਨਾਰਥ ਸਾਊਥ, ਦੂਸਰਾ ਕਿ ਮੈਗਨੇਟ ਹਮੇਸ਼ਾ ਨਾਰਥ ਸਾਊਥ ਡਾਇਰੈਕਸ਼ਨ ਦੇ ਵਿੱਚ ਹੀ ਰਹਿੰਦਾ ਹੈ, ਉਹ ਈਸਟ ਵੈਸਟ ਦੇ ਵਿੱਚ ਕਦੀ ਵੀ ਆਪਣੇ ਆਪ ਨੂੰ ਰੈਸਟ ਪੋਜੀਸ਼ਨ ਦੇ ਵਿੱਚ ਕਦੀ ਵੀ ਈਸਟ ਵੈਸਟ ਵਿੱਚ ਆਪਣੇ ਆਪ ਨੂੰ ਨਹੀਂ ਲੈ ਕੇ ਆਉਂਦਾ। ਦੈਟਸ ਆਲਵੇਜ਼ ਸਸਪੈਂਡ ਇਟਸੈਲਫ ਇਨ ਅ ਨਾਰਥ ਸਾਊਥ ਡਾਇਰੈਕਸ਼ਨ। ਚੌਥੀ ਚੀਜ਼ ਕਿ ਜਦੋਂ ਅਸੀਂ ਇੱਕ ਮੈਗਨੇਟ ਦੀ ਮੈਗਨੈਟਿਕ ਫੀਲਡ ਡਰਾ ਕਰਦੇ ਆ, ਇਹ ਨਾਰਥ ਔਰ ਸਾਊਥ, ਵੈਨ ਵੀ ਡਰਾ ਦ ਮੈਗਨੈਟਿਕ ਫੀਲਡ ਆਫ ਅ ਮੈਗਨੇਟ ਵੀ ਕਮ ਅਕਰਾਸ ਵਿਦ ਦ ਨਿਊਟਰਲ ਪੁਆਇੰਟਸ। ਅਸੀਂ ਹਮੇਸ਼ਾ ਨਿਊਟਰਲ ਪੁਆਇੰਟ ਜਿਹੜੇ ਨੇ ਉਹ ਸਾਡੇ ਕੋਲ ਆਉਂਦੇ ਹੈ। ਨਿਊਟਰਲ ਪੁਆਇੰਟ ਉਹ ਪੁਆਇੰਟ ਹੁੰਦੇ ਆ ਜਿੱਥੇ ਅਗਰ ਅਸੀਂ ਕੰਪਸ ਰੱਖਾਂਗੇ ਉਸ ਪੁਆਇੰਟ 'ਤੇ ਅਤੇ ਉਹ ਨੀਡਲ ਜਿਹੜੀ ਉਹ ਸਰਕਲ ਦੇ ਵਿੱਚ ਘੁੰਮੀ ਜਾਏਗੀ, ਇਸ ਤਰੀਕੇ ਨਾਲ ਘੁੰਮੀ ਜਾਏਗੀ। ਮਤਲਬ ਉਹਨਾਂ ਪੁਆਇੰਟਸ 'ਤੇ ਅਰਥ ਦੀ ਮੈਗਨੈਟਿਕ ਫੀਲਡ ਅਤੇ ਮੈਗਨੇਟ ਦੀ ਮੈਗਨੈਟਿਕ ਫੀਲਡ ਇੱਕ ਦੂਸਰੇ ਨੂੰ ਕੈਂਸਲ ਕਰ ਦਿੰਦੀ ਹੈ, ਜਿਹਦੇ ਕਰਕੇ ਉੱਥੇ ਕੋਈ ਵੀ ਮੈਗਨੈਟਿਕ ਫੀਲਡ ਨਹੀਂ ਹੁੰਦੀ ਅਤੇ ਜਿਹੜੀ ਨੀਡਲ ਉੱਗੀ ਹੁੰਦੀ ਹੈ ਕੰਪਸ ਦੇ ਵਿੱਚ ਉਹ ਰੋਟੇਟ ਕਰਨਾ, ਗੋਲ ਗੋਲ ਘੁੰਮੀ ਜਾਏਗੀ। ਕਿਉਂਕਿ ਉਹਨੂੰ ਕੋਈ ਡਾਇਰੈਕਸ਼ਨ ਹੀ ਨਹੀਂ ਮਿਲੇਗੀ। ਉਸ ਜਗ੍ਹਾ 'ਤੇ ਅਰਥ ਦੀ ਮੈਗਨੈਟਿਕ ਫੀਲਡ ਔਰ ਮੈਗਨੇਟ ਦੀ ਮੈਗਨੈਟਿਕ ਫੀਲਡ ਇੱਕ ਦੂਸਰੇ ਨੂੰ ਕੈਂਸਲ ਕਰਦੇ ਆ। ਤੀਸਰੀ ਚੀਜ਼ ਉਹਨਾਂ ਨੂੰ ਇਸ ਜਗ੍ਹਾ ਤੋਂ ਐਵੀਡੈਂਸ ਮਿਲਿਆ ਕਿ ਅਰਥ ਜਿਹੜੀ ਆ ਉਹ ਵੀ ਇੱਕ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ ਹੈ। ਚੌਥਾ ਐਵੀਡੈਂਸ ਇਸ ਚੀਜ਼ ਤੋਂ ਮਿਲਿਆ ਕਿ ਵੈਨ ਵੀ ਬਰਿਡ ਐਨ ਆਇਰਨ ਬਾਰ ਔਰ ਆਇਰਨ ਪੀਸ ਇਨਸਾਈਡ ਦਾ ਮੈਗਨੇਟ, ਅਗਰ ਅਸੀਂ ਆਇਰਨ ਬਾਰ ਔਰ ਆਇਰਨ ਪੀਸ ਨੂੰ ਧਰਤੀ ਦੇ ਵਿੱਚ ਨੀਚੇ ਗੱਡ ਦਈਏ ਕੁਝ ਸਾਲਾਂ ਤੱਕ, ਫॉर ਈਅਰਸ, ਕੁਝ ਸਾਲਾਂ ਲਈ ਗੱਡ ਦਈਏ, ਆਫਟਰ ਸਮ ਈਅਰਸ ਅਗਰ ਅਸੀਂ ਉਸ ਆਇਰਨ ਬਾਰ ਨੂੰ ਉਸ ਅਰਥ ਵਿੱਚੋਂ ਬਾਹਰ ਨਿਕਾਲਾਂਗੇ ਅਤੇ ਉਹ ਮੈਗਨੇਟਾਈਜ਼ ਹੋ ਜਾਂਦਾ, ਇਟ ਗੈਟ ਮੈਗਨੇਟਾਈਜ਼। ਇਸ ਚੀਜ਼ ਤੋਂ ਵੀ ਸਾਨੂੰ ਐਵੀਡੈਂਸ ਮਿਲਦਾ ਹੈ ਕਿ ਅਰਥ ਇੱਕ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ ਹੈ।
ਨਾ ਕੀ ਕਾਰਨ ਨੇ ਕਿ ਅਰਥ ਜਿਹੜੀ ਆ ਉਹ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ ਹੈ। ਉਹਦਾ ਸਭ ਤੋਂ ਪਹਿਲਾ ਇਹ ਕਾਰਨ ਹੈ ਕਿ ਜਿੰਨੇ ਵੀ ਚਾਰਜ ਸਾਡਾ ਐਟਮੋਸਫੀਅਰ ਹੈ, ਅਰਥ ਦੇ ਆਸੇ-ਪਾਸੇ ਐਟਮੋਸਫੀਅਰ ਹੈ, ਐਟਮੋਸਫੀਅਰ ਦੇ ਵਿੱਚ ਚਾਰਜ ਪਾਰਟੀਕਲਸ ਨੇ। ਨਾ ਅਰਥ ਜਦੋਂ ਰਿਵੋਲਵ ਕਰਦੀ ਹੈ, ਵੈਨ ਦਾ ਅਰਥ ਰਿਵੋਲਵ ਅਰਾਊਂਡ ਇਟ ਐਕਸਿਸ, ਇਸ ਤਰੀਕੇ ਨਾਲ ਅਰਥ ਰਿਵੋਲਵ ਕਰ ਰਹੀ ਹੈ। ਜਦੋਂ ਅਰਥ ਰਿਵੋਲਵ ਕਰੇਗੀ ਆਪਣੀ ਐਕਸਿਸ ਦੇ ਅਰਾਊਂਡ, ਤੇ ਚਾਰਜ ਪਾਰਟੀਕਲ ਵੀ ਉਹਦੇ ਨਾਲ ਰਿਵੋਲਵ ਕਰਨਗੇ, ਤੇ ਚਾਰਜ ਪਾਰਟੀਕਲਸ ਦੇ ਰਿਵੋਲਵ ਕਰਨ ਨਾਲ ਇੱਥੇ ਕਰੰਟ ਸੈਟਅਪ ਹੋ ਜਾਂਦਾ ਹੈ, ਇੱਕ ਤਰ੍ਹਾਂ ਦੇ ਨਾਲ ਜਿਹਨੂੰ ਕਹਿ ਲਓ ਕਿ ਕਰੰਟ ਸੈਟਅਪ ਹੋ ਜਾਂਦਾ ਹੈ, ਔਰ ਉਸ ਕਰੰਟ ਕਰਕੇ ਮੇ ਬੀ ਅਰਥ ਜਿਹੜੀ ਇੱਕ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ ਹੈ। ਦਿਸ ਇਜ਼ ਦਾ ਫਸਟ ਕਾਜ਼। ਸੈਕਿੰਡ ਕਾਜ਼ ਹੈ, ਅਰਥ ਦੇ ਨੀਚੇ ਮੋਲਟਨ ਮੈਗਮਾ ਹੈ। ਦੇਰ ਇਜ਼ ਅ ਮੋਲਟਨ ਮੈਗਮਾ ਇਨਸਾਈਡ ਦਾ ਅਰਥ। ਉਹ ਬੜੀ ਹੌਟ ਫਾਰਮ ਦੇ ਵਿੱਚ, ਫਲੂਇਡ ਫਾਰਮ ਦੇ ਵਿੱਚ ਹੈ, ਜਿਹਨੂੰ ਅਸੀਂ ਮੋਲਟਨ ਮੈਗਮਾ ਕਹਿੰਦੇ ਹਾਂ। ਸੋ ਦਿਸ ਮੋਲਟਨ ਮੈਗਮਾ ਦੈਟ ਇਜ਼ ਇਨ ਫਲੂਇਡ ਫਾਰਮ, ਅਤੇ ਜਦੋਂ ਅਰਥ ਰਿਵੋਲਵ ਕਰਦੀ ਹੈ ਅਤੇ ਉਹ ਮੋਲਟਨ ਮੈਗਮਾ ਵੀ ਰਿਵੋਲਵ ਕਰਦਾ ਹੈ, ਜਿਹਦੇ ਕਾਰਨ ਰਿਵੋਲਵ ਕਰਨ ਦੇ ਕਾਰਨ ਦੈਟ ਸੈਟ ਅਪ ਦ ਕਰੰਟਸ ਇਨਸਾਈਡ ਦਾ ਅਰਥ, ਅਤੇ ਅਰਥ ਦੇ ਅੰਦਰ ਉਹ ਕਰੰਟ ਸੈਟਅਪ ਕਰ ਦਿੰਦਾ ਹੈ, ਜਿਹਦੇ ਕਾਰਨ ਉਸ ਕਰੰਟ ਦੇ ਕਾਰਨ ਅਰਥ ਦੇ ਕੋਲ ਮੈਗਨੈਟਿਕ ਫੀਲਡ ਡਿਵੈਲਪ ਹੁੰਦੀ ਹੈ। ਤੀਸਰਾ ਕਾਰਨ ਇਹ ਹੈ ਕਿ ਐਵਰੀ ਸਬਸਟੈਂਸ, ਜਿੰਨੇ ਵੀ ਸਬਸਟੈਂਸ ਹੈ ਸਭ ਐਟਮਸ ਦੇ ਬਣੇ ਹੋਏ ਨੇ, ਅਤੇ ਐਟਮਸ ਦੇ ਵਿੱਚ ਇਲੈਕਟ੍ਰੋਨਸ ਨੇ, ਅਤੇ ਜਦੋਂ ਇਲੈਕਟ੍ਰੋਨ ਰਿਵੋਲਵ ਕਰਦੇ ਹੈ ਨਿਊਕਲੀਅਸ ਦੇ ਆਲੇ ਦੁਆਲੇ, ਇਹ ਨਿਊਕਲੀਅਸ ਹੈ, ਸੋ ਨਿਊਕਲੀਅਸ ਦੇ ਆਲੇ ਦੁਆਲੇ ਜਦੋਂ ਇਲੈਕਟ੍ਰੋਨ ਰਿਵੋਲਵ ਕਰਦੇ ਹੈ, ਸਪਿਨ ਕਰਦੇ ਹੈ, ਤਾਂ ਇੱਕ ਤਰ੍ਹਾਂ ਨਾਲ ਕਰੰਟ ਡਿਵੈਲਪ ਹੁੰਦਾ, ਕਰੰਟ ਲੂਪ ਡਿਵੈਲਪ ਹੁੰਦੀ ਹੈ, ਅਤੇ ਉਸ ਕਰੰਟ ਲੂਪ ਕਾਰਨ ਮੈਗਨੇਟ ਜਿਹੜਾ ਇੱਕ ਇਲੈਕਟ੍ਰੋਨ ਜਿਹੜਾ ਇੱਕ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦਾ ਹੈ। ਇਸ ਕਰਕੇ ਵੀ ਮੇ ਬੀ ਅਰਥ ਦੇ ਵਿੱਚ ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦਾ ਹੈ ਔਰ ਅਰਥ ਬਿਹੇਵਸ ਐਜ਼ ਅ ਮੈਗਨੇਟ। ਅਤੇ ਚੌਥਾ ਕਾਰਨ ਇਹਨਾਂ ਨੇ ਦੱਸਿਆ ਹੈ ਕਿ ਅਰਥ ਮੇ ਬੀ ਮੈਗਨੇਟਾਈਜ਼ ਡਿਊ ਟੂ ਸਨ, ਸਨ ਕਰਕੇ ਵੀ ਅਰਥ ਮੈਗਨੇਟਾਈਜ਼, ਕੁਛ ਮਤਲਬ ਇਟ ਮੇ ਬੀ ਆਲਸੋ ਡਿਊ ਟੂ ਦ ਮੈਗਨੇਟਿਜ਼ਮ ਆਫ ਦ ਸਨ, ਕਿ ਅਰਥ ਸਨ ਦੀ ਮੈਗਨੇਟਿਜ਼ਮ ਕਰਕੇ ਵੀ ਅਰਥ ਸਾਨੂੰ ਮੈਗਨੇਟਾਈਜ਼ਡ ਫੀਲ ਹੁੰਦੀ ਹੈ। ਸੋ ਦੀਜ਼ ਆਰ ਦਾ 4 ਰੀਜ਼ਨ ਜਿਹੜੇ ਕਿ ਦੱਸੇ ਨੇ ਕਿ ਕੀ ਐਵੀਡੈਂਸ ਨੇ ਜਿਹਦਾ ਕਾਰਨ ਅਸੀਂ ਦੱਸ ਸਕਦੇ ਹਾਂ ਕਿ ਅਰਥ ਮੈਗਨੇਟਿਜ਼ਮ ਕਿਉਂ, ਮੈਗਨੇਟਾਈਜ਼ ਐਜ਼ ਅ ਮੈਗਨੇਟ ਕਿਉਂ ਬਿਹੇਵ ਕਰਦੀ ਹੈ। ਉਹਦੇ 4-5 ਰੀਜ਼ਨ ਨੇ। ਇੱਕ ਤਾਂ ਮੈਗਨੇਟ ਨੂੰ ਐਜ਼ ਜਦੋਂ ਵੀ ਅਸੀਂ ਸਸਪੈਂਡ ਕਰਦੇ ਹਾਂ ਹਮੇਸ਼ਾ ਨੌਰਥ ਸਾਊਥ ਡਾਇਰੈਕਸ਼ਨ 'ਚ ਆਪਣੇ ਆਪ ਨੂੰ ਟਿਲਟ ਕਰ ਰੱਖਦਾ ਹੈ। ਦੂਸਰਾ ਕਿ ਜਦੋਂ ਅਸੀਂ ਮੈਗਨੈਟਿਕ ਲਾਈਨ ਆਫ ਫੋਰਸਿਸ ਡਰॉ ਕਰਦੇ ਹਾਂ ਵੀ ਕਮ ਅਕ੍ਰੋਸ ਵਿਦ ਦ ਨਿਊਟਰਲ ਪੁਆਇੰਟ। ਸੋ ਨੈਕਸਟ ਹੈ ਕਿ ਵੈਨ ਐਵਰ ਵੀ ਬਰਿਡ ਐਨ ਆਇਰਨ ਬਾਰ ਇਨ ਦਾ ਅਰਥ ਦੇ ਵਿੱਚ, ਅਸੀਂ ਮਿੱਟੀ ਦੇ ਵਿੱਚ ਅਗਰ ਕੋਈ ਆਇਰਨ ਬਾਰ ਨੀਚੇ ਦਬਾ ਦਈਏ, ਕੁਝ ਸਾਲਾਂ ਬਾਅਦ ਅਗਰ ਅਸੀਂ ਉਸ ਆਇਰਨ ਬਾਰ ਨੂੰ ਕੱਢੀਏ ਤਾਂ ਉਹ ਮੈਗਨੇਟਾਈਜ਼ ਹੋਇਆ ਹੁੰਦਾ। ਇੱਕ ਇਹ ਮੇਨ ਕਾਰਨ ਹੈ ਜਿੱਥੋਂ ਅਸੀਂ ਇਹ ਐਵੀਡੈਂਸ ਸਾਨੂੰ ਮਿਲਦੇ ਨੇ, ਪ੍ਰੂਫ ਸਾਨੂੰ ਮਿਲਦੇ ਨੇ ਜਿਹੜੇ ਕਿ ਇਹ ਦੱਸਦੇ ਨੇ ਕਿ ਅਰਥ ਜਿਹੜੀ ਹੈ ਉਹ ਇੱਕ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ ਹੈ। ਨਾ ਅਰਥ ਦੇ ਵਿੱਚ ਮੈਗਨੇਟਿਜ਼ਮ ਕਾਹਦੇ ਕਰਕੇ ਹੈ? ਪਹਿਲੀ ਚੀਜ਼ ਹੈ ਅਰਥ ਦਾ ਐਟਮੋਸਫੀਅਰ ਦੇ ਵਿੱਚ ਚਾਰਜ ਪਾਰਟੀਕਲਸ ਨੇ। ਜਦੋਂ ਅਰਥ ਰਿਵੋਲਵ ਕਰਦੀ ਹੈ ਉਹ ਚਾਰਜ ਪਾਰਟੀਕਲਸ ਵੀ ਰੋਟੇਟ ਕਰਦੇ ਨੇ ਅਤੇ ਸਰਕੂਲਰ ਕਰੰਟ ਲੂਪਸ ਬਣਾ ਦਿੰਦੇ ਨੇ, ਔਰ ਉਹਨਾਂ ਕਰੰਟ ਲੂਪਸ ਕਰਕੇ ਮੈਗਨੇਟਿਜ਼ਮ ਪ੍ਰੋਡਿਊਸ ਹੁੰਦਾ ਹੈ, ਔਰ ਜਿਹਦੇ ਕਰਕੇ ਸ਼ਾਇਦ ਸਾਨੂੰ ਅਰਥ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ ਨਜ਼ਰ ਆਉਂਦੀ ਹੈ। ਦੂਸਰਾ ਕਾਰਨ ਅਰਥ ਦੇ ਵਿੱਚ ਮੋਲਟਨ ਮੈਗਮਾ ਹੈ, ਫਲੂਇਡ ਬੜੇ ਹੀ ਗਰਮ। ਜਦੋਂ ਅਰਥ ਰਿਵੋਲਵ ਕਰਦੀ ਹੈ ਉਹ ਮੈਗਮਾ ਵੀ ਅਰਥ ਦੇ ਨਾਲ ਨਾਲ ਰਿਵੋਲਵ ਕਰਦਾ ਹੈ ਔਰ ਉਹ ਕਰੰਟਸ ਪ੍ਰੋਡਿਊਸ ਕਰਦਾ ਹੈ, ਕਰੰਟ ਲੂਪਸ ਪ੍ਰੋਡਿਊਸ ਕਰਦਾ ਹੈ। ਮੇ ਬੀ ਉਹਦੇ ਕਾਰਨ ਵੀ ਮੈਗਨੇਟਿਜ਼ਮ ਹੋ ਸਕਦਾ ਹੈ। ਅਤੇ ਤੀਸਰਾ ਕਾਰਨ ਕਿ ਹਰ ਚੀਜ਼ ਜਿਹੜੀ ਹੈ ਉਹ ਐਟਮਸ ਦੀ ਬਣੀ ਹੋਈ ਹੈ। ਐਟਮਸ ਦੇ ਵਿੱਚ ਇਲੈਕਟ੍ਰੋਨਸ ਨੇ, ਅਤੇ ਜਦੋਂ ਇਲੈਕਟ੍ਰੋਨਸ ਰਿਵੋਲਵ ਕਰਦੇ ਹੈ ਨਿਊਕਲੀਅਸ ਦੇ ਆਲੇ ਦੁਆਲੇ ਆਪਣੇ ਔਰਬਿਟ ਦੇ ਵਿੱਚ, ਦੇ ਆਲਸੋ ਫਾਰਮ ਦਾ ਕਰੰਟ ਲੂਪ ਐਂਡ ਪ੍ਰੋਡਿਊਸ ਮੈਗਨੇਟਿਜ਼ਮ। ਜਾਂ ਇਸ ਕਾਰਨ ਵੀ ਅਰਥ ਮੈਗਨੇਟ ਦੀ ਤਰ੍ਹਾਂ ਬਿਹੇਵ ਕਰ ਸਕਦੀ ਹੈ। ਨਾਓ ਇਫ ਵੀ ਹੈਵ ਅ ਅਰਥ, ਅਗਰ ਇਹ ਅਰਥ, ਤੁਹਾਨੂੰ ਮੈਂ ਆਲਰੇਡੀ ਦੱਸਦਾ ਕਿ ਅਰਥ ਦੇ ਜੋਗ੍ਰਾਫਿਕ ਐਕਸਿਸ ਨੇ, ਸਾਡੇ ਜੋਗ੍ਰਾਫਿਕ ਐਕਸਿਸ ਨੇ ਅਰਥ ਦੇ ਵਿੱਚ ਜੋਗ੍ਰਾਫਿਕ ਨਾਰਥ ਅਤੇ ਜੋਗ੍ਰਾਫਿਕ ਸਾਊਥ, ਅਤੇ ਜਿਹੜਾ ਮੈਗਨੈਟਿਕ ਐਕਸਿਸ ਨੇ ਉਹਦਾ ਨਾਰਥ ਪੋਲ ਨੀਚੇ ਔਰ ਸਾਊਥ ਪੋਲ ਉੱਪਰ ਹੈ। ਸਾਊਥ ਪੋਲ ਜਿਹੜਾ ਹੈ ਦੈਟ ਇਜ਼ ਇਨ ਦਾ ਕੈਨੇਡਾ, ਨਾਰਥ ਪੋਲ ਜਿਹੜਾ ਐਂਟਾਰਕਟਿਕਾ ਦੇ ਵਿੱਚ ਹੈ, ਔਰ ਉਹਨਾਂ ਦੋਨਾਂ ਦੇ ਵਿੱਚ ਜਿਹੜਾ ਐਂਗਲ ਬਣ ਰਿਹਾ ਹੈ ਦੈਟ ਇਜ਼ 11.3 ਡਿਗਰੀ ਦਾ ਐਂਗਲ ਬਣ ਰਿਹਾ। ਨਾਓ ਮੈਗਨੈਟਿਕ ਮੈਰੀਡੀਅਨ ਅਤੇ ਜੋਗ੍ਰਾਫਿਕ ਮੈਰੀਡੀਅਨ ਕੀ ਹੈ? ਨਾਓ ਦਿਸ ਇਜ਼ ਦਾ ਅਰਥ, दिस इज जोग्राफिक। अगर ये एक्सिस है
ਜੋਗ੍ਰਾਫਿਕ ਨਾਰਥ, ਜੋਗ੍ਰਾਫਿਕ ਸਾਊਥ, ਅਤੇ ਇੱਧਰ ਆ ਗਿਆ ਸਾਡੇ ਕੋਲ ਮੈਗਨੈਟਿਕ ਨਾਰਥ ਅਤੇ ਮੈਗਨੈਟਿਕ ਸਾਊਥ। ਇਹ ਐਂਗਲ ਹੈ 11.3 ਡਿਗਰੀ ਨਾ, ਇਹ ਇਕੁਏਟਰ ਹੈ 0 ਡਿਗਰੀ ਤੇ ਇਕੁਏਟਰ ਹੈ। ਇਸ ਇਕੁਏਟਰ ਤੋਂ ਦੇ ਜਿਹੜਾ ਪਲੇਨ ਹੈ, ਇਕੁਏਟਰ ਦਾ ਜਿਹੜਾ ਪਲੇਨ ਹੈ, that is geographic meridian। ਔਰ ਜਿਹੜਾ ਮੈਗਨੇਟ ਦਾ ਪਲੇਨ ਹੈ, ਹੁਣ ਇਹਦੇ ਤੇ ਅਗਰ ਅਸੀਂ ਐਂਗਲ ਡਰਾ ਕਰੀਏ ਇੱਥੇ 11.3 ਡਿਗਰੀ, ਜਿੰਨਾ ਵੀ ਐਂਗਲ ਆਏਗਾ ਇਹ ਵਾਲਾ, ਇਹ ਮੈਗਨੇਟ ਦਾ, ਇਹ ਮੈਗਨੈਟਿਕ ਇਕੁਏਟਰ ਆ ਗਿਆ ਅਤੇ ਇਹ ਮੈਗਨੈਟਿਕ ਪਲੇਨ ਹੈ। ਸੋ ਦਿਸ ਇਜ਼ magnetic meridian, है magnetic meridian। now elements of magnetic field, elements of earth magnetic field। अर्थ ਦੇ 3 ਐਲੀਮੈਂਟਸ ਕਿਸੇ ਵੀ ਪੁਆਇੰਟ ਦੇ, ਅਰਥ ਦੇ ਕਿਸੇ ਵੀ ਜਗ੍ਹਾ 'ਤੇ, ਕਿਸੇ ਵੀ ਪੁਆਇੰਟ 'ਤੇ, ਇਸ ਜਗ੍ਹਾ 'ਤੇ, ਇਸ ਜਗ੍ਹਾ 'ਤੇ, ਐਨੀ ਪੁਆਇੰਟ 'ਤੇ ਅਗਰ ਅਸੀਂ ਮੈਗਨੈਟਿਕ ਫੀਲਡ ਫਾਈਂਡ ਆਊਟ ਕਰਨੀ ਹੈ ਤਾਂ ਉਹ ਕਿੰਨੀ ਹੈ, ਸਾਨੂੰ ਉਹਦੇ ਵਾਸਤੇ ਉਸ ਜਗ੍ਹਾ 'ਤੇ 3 ਚੀਜ਼ਾਂ ਮੈਜ਼ਰ ਕਰਨੀਆਂ ਹੁੰਦੀਆਂ। ਪਹਿਲੀ ਚੀਜ਼ ਮੈਗਨੈਟਿਕ ਡਿਕਲੀਨੇਸ਼ਨ, दूसरी चीज़ मैग्नेटिक इंक्लिनेशन या मैग्नेटिक टिप, ते चौथी चीज़ हॉरिजॉन्टल कंपोनेंट, तीसरी चीज़ हॉरिजॉन्टल कंपोनेंट। ते हॉरिजॉन्टल कंपोनेंट के नाल ही आ जाएगा वर्टिकल कंपोनेंट। सो इन्हां नूं मैयर करना बहुत ਜ਼ਰੂਰੀ ਹੈ। ਜਿੰਨੀ ਦੇਰ ਇਹ 3 ਚੀਜ਼ਾਂ ਕਿਸੇ ਵੀ ਪੁਆਇੰਟ 'ਤੇ ਸਾਨੂੰ ਨਹੀਂ ਪਤਾ ਚੱਲਣਗੀਆਂ, ਅਸੀਂ ਉਨੀ ਦੇਰ ਤੱਕ ਉਸ ਪੁਆਇੰਟ 'ਤੇ ਮੈਗਨੈਟਿਕ ਫੀਲਡ ਦਾ ਮੈਗਨੀਟਿਊਡ ਅਤੇ ਮੈਗਨੈਟਿਕ ਫੀਲਡ ਦਾ ਮੈਗਨੇਟਿਜ਼ਮ ਦਾ, ਮੈਗਨੈਟਿਕ ਫੀਲਡ ਦਾ ਮੈਗਨੀਟਿਊਡ ਜਾਂ ਡਾਇਰੈਕਸ਼ਨ ਨਹੀਂ ਫਾਈਂਡ ਆਊਟ ਕਰ ਸਕਦੇ। ਨਾਓ ਵਟ ਇਜ਼ ਦਿਸ ਮੈਗਨੈਟਿਕ ਡਿਕਲੀਨੇਸ਼ਨ ਕੀ ਹੈ? ਨਾਓ ਅਗਰ ਇਹ ਨਾਰਥ ਪੋਲ ਹੈ ਔਰ ਇਹ ਸਾਊਥ ਪੋਲ ਹੈ ਔਰ ਅਸੀਂ ਕਿਸੇ ਮੈਗਨੇਟ ਨੂੰ ਅਰਥ, ਦਿਸ ਇਜ਼ ਅਰਥ, ਮੈਗਨੈਟਿਕ ਨਾਰਥ ਪੋਲ, ਜੋਗ੍ਰਾਫਿਕ ਨਾਰਥ ਪੋਲ ਅਤੇ ਜੋਗ੍ਰਾਫਿਕ ਸਾਊਥ ਪੋਲ, ਜੋਗ੍ਰਾਫਿਕ, ਔਰ ਅਗਰ ਅਸੀਂ ਕਿਸੇ ਮੈਗਨੇਟ ਨੂੰ ਇਸ ਜਗ੍ਹਾ 'ਤੇ ਪਲੇਸ ਕੀਤਾ, ਮੈਗਨੇਟ ਇਸ ਡਾਇਰੈਕਸ਼ਨ ਦੇ ਵਿੱਚ ਆਪਣੇ ਆਪ ਨੂੰ ਸਸਪੈਂਡ ਕਰਦਾ, ਇਸ ਡਾਇਰੈਕਸ਼ਨ ਦੇ ਵਿੱਚ ਆਪਣੇ ਆਪ ਨੂੰ ਸਸਪੈਂਡ ਕਰਦਾ, ਅਗਰ ਉਹਨੂੰ ਥਰੈਡ ਦੇ ਨਾਲ ਫਰੀਲੀ ਸਸਪੈਂਡ ਕੀਤਾ। ਇਹ ਮੈਗਨੇਟ ਦਾ ਨਾਰਥ ਪੋਲ ਹੈ, ਇਹ ਮੈਗਨੇਟ ਦਾ ਸਾਊਥ ਪੋਲ ਹੈ, ਅਤੇ ਇਹਦੇ ਵਿੱਚ ਜਿਹੜਾ ਐਂਗਲ ਆਉਂਦਾ, ਦਿਸ ਇਜ਼ ਨੋਨ ਐਜ਼ ਥੀਟਾ ਔਰ ਮੈਗਨੈਟਿਕ declination। so what is magnetic declination? Magnetic declination is the angle between the magnetic meridian and the geographic meridian at a place। so it is the angle between magnetic meridian and geographic meridian ਐਟ ਅ ਪਲੇਸ। ਕਿਸੇ ਵੀ ਪਲੇਸ 'ਤੇ ਮੈਗਨੈਟਿਕ ਮਰੀਡੀਅਨ ਅਤੇ ਜੋਗ੍ਰਾਫਿਕ ਮਰੀਡੀਅਨ ਦੇ ਵਿੱਚ ਜਿਹੜਾ ਐਂਗਲ ਹੈ, ਦੈਟ ਇਜ਼ ਨੋਨ ਐਜ਼ ਦਾ ਮੈਗਨੈਟਿਕ ਡਿਕਲੀਨੇਸ਼ਨ। ਉਸ ਤੋਂ ਬਾਅਦ ਨੈਕਸਟ ਆ ਗਿਆ ਇਨਕਲੀਨੇਸ਼ਨ। ਮੰਨ ਲਓ ਇਹ ਸਾਡੇ ਕੋਲ ਮੈਗਨੈਟਿਕ ਐਕਸਿਸ ਹੈ, ਮੈਗਨੈਟਿਕ ਮਰੀਡੀਅਨ ਹੈ, ਇੱਕ ਪੁਆਇੰਟ 'ਤੇ ਪਲੇਨ ਹੈ, ਮੈਗਨੈਟਿਕ ਪਲੇਨ, ਐਂਡ ਦਿਸ ਵੀ ਹੈਵ ਇਜ਼ ਦਾ ਜੋਗ੍ਰਾਫਿਕ ਪਲੇਨ। ਇਹ ਦੂਸਰੇ ਪੁਆਇੰਟ 'ਤੇ ਸਾਡੇ ਕੋਲ ਜੋਗ੍ਰਾਫਿਕ ਪਲੇਨ ਹੈ, ਇੱਕ ਹੈ ਮੈਗਨੈਟਿਕ ਪਲੇਨ ਅਤੇ ਦੂਸਰਾ ਹੈ ਜੋਗ੍ਰਾਫਿਕ ਮਰੀਡੀਅਨ। ਦਿਸ ਇਜ਼ ਮੈਗਨੈਟਿਕ ਮਰੀਡੀਅਨ ਐਂਡ ਦਿਸ ਇਜ਼ ਜੋਗ੍ਰਾਫਿਕ ਮਰੀਡੀਅਨ। ਇਹਨਾਂ ਦੋਨਾਂ ਦੇ ਵਿੱਚ ਜਿਹੜਾ ਐਂਗਲ ਹੋਏਗਾ ਥੀਟਾ, ਦੈਟ ਇਜ਼ ਐਂਗਲ ਆਫ ਡਿਕਲੀਨੇਸ਼ਨ। now what is angle of inclination? now magnetic plane ਦੇ ਵਿੱਚ ਜਿਹੜਾ horizontal ਹੈ, horizontal direction, this horizontal direction, this is horizontal component of the magnetic field, ਔਰ ਜਿਹੜੀ ਹੈ vertical ਹੈ, this is the
वर्टिकल कंपोनेंट ऑफ मैगनेटिक फील्ड। ना हॉरिजॉन्टल ते वर्टिकल मैगनेटिक फील्ड का एक रिजल्टेंट आता है, तो दिस इज़ द रिजल्टेंट, दोनों का टोटल इफेक्ट किसी भी पॉइंट पे वो आ गया ਉਹਦਾ रिजल्टेंट आर। ਹੁਣ रिजल्टेंट ਜਿਹੜਾ है हॉरिजॉन्टल कंपोनेंट ਦੇ ਨਾਲ ਜਿੰਨਾ एंगल बना रहा है दैट इज़ measured by delta, this is known as magnetic inclination, और ਇਹਨੂੰ ਅਸੀਂ ਕਹਿ ਰਹੀਦਾ magnetic dip। this is also known as magnetic inclination और magnetic dip भी, ਇਹਨੂੰ magnetic inclination भी ਕਹਿ ਰਹੀਦਾ और ਇਹਨੂੰ ਅਸੀਂ magnetic dip भी ਕਹਿ ਰਹੀਦਾ। so what is magnetic dip? this is the magnetic dip, that is the angle between the total या the resultant of the total strength of the magnetic field at a point makes with the horizontal component of the magnetic field, कि जी total magnetic field है वो horizontal component के नाल जिन्ना एंगल बना रही है that is known as a magnetic declination, magnetic inclination or the magnetic dip at a place। magnetic inclination ਨੂੰ ਅਸੀਂ ਇੱਕ instrument ਨਾਲ measure कर ਦਿੰਦੇ ਆ, that is known as dip सर्कल। सो डिप सर्कल एक इंस्ट्रूमेंट है जिहदे नाल असीं मैगनेटिक इंक्लीनेशन किसी भी पॉइंट ते अर्थ दे किसी भी पॉइंट ते मैगनेटिक इंक्लीनेशन फाइंड आउट करते हैं ना। हॉरिजॉन्टल कंपोनेंट अगर ये आ रहा है तो हॉरिजॉन्टल कंपोनेंट कितना होएगा, एच किदे बराबर होएगा, दैट इज़ इक्वल्स टू आर कॉस डेल्टा, तो वी किदे बराबर होएगा, आर साइन डेल्टा, तो आर कितना दैट इज़ इक्वल्स टू एच स्क्वायर प्लस वी स्केयर का अंडर रूट, टोटल आर की वैल्यू इन्नी आ जाएगी। नाउ व्हाट इज़ टैन डेल्टा, टैन डेल्टा दैट इज़ इक्वल्स टू वी ओवर एच दे बराबर है, टैन डेल्टा दैट इज़ इक्वल्स टू वी ओवर एच। एट पोल्स जो असी अर्थ दे पोल्स से जाने हैं तो पोल्स से वर्टिकल कंपोनेंट पोल्स से जो डेल्टा है वो कितना हो जाता है, दैट इज़ इक्वल्स टू 90 के बराबर। यह जोड़ा रिजल्टेंट है कितना हो जाता है, दैट इज़ इक्वल्स टू 90, वर्टिकल आता है, वर्टिकल 90 होने का कारण एच जरा 0 होंदा है तो वी जड़ा आर दे बराबर होंदा है पोल्स से। इस कारण जो असी पोल्स से जाने तो मैगनेट नूं जो असी उत्थे फ्रीली सस्पेंड करते हैं, मैगनेट हमेशा अपने आप नूं इस डायरैक्शन दे विच सस्पेंड करेगा, नॉर्थ पोल मैगनेट का नॉर्थ पोल उपर तो साउथ पोल नीचे, जिवें जोग्राफिक साउथ उपर होंदा है जोग्राफिक नॉर्थ नीचे, तो मैगनेटिक नॉर्थ उपर होएगा तो मैगनेटिक साउथ नीचे, उल्टी डायरैक्शन जो होएगा, तो मैगनेट हमेशा अपने आप नूं वर्टिकल डायरैक्शन दे विच रखता है। वही वैसे इक्वेटर ते आ जाइए, एट इक्वेटर 0 डिग्री एंगल है, हॉरिजॉन्टल कंपोनेंट जेड़ा डेल्टा है दैट इज़ इक्वल्स टू 0 के बराबर आ गया। जो डेल्टा 0 के बराबर आ गया, एच किते बराबर आ गया, आर के बराबर, तो वी किते बराबर आ गया 0 के बराबर। ना एच 0 इस करके होया, एच है आर कॉस डेल्टा, तो जो डेल्टा 90 डिग्री कॉस 90 डिग्री होएगा, एच 0 होएगा, तो साइन 90 डिग्री दैट इज़ 1, तो वी जो आर के बराबर होएगा। तो जो डेल्टा 0 डिग्री होएगा वैन द डेल्टा इज़ 0, जो डेल्टा 0 डिग्री होएगा, एच जोड़ा है कॉस 0 डिग्री दैट इज़ 0, कॉस 0 डिग्री दैट इज़ इक्वल्स टू 1, तो कॉस 0 डिग्री 1 आ गया, एच किते बराबर आ गया आर दे, तो कॉस साइन 0 डिग्री दैट इज़ इक्वल्स टू 0, तो वी किते बराबर आ गया 0 दे। सो इक्वेटर ते डेल्टा 0 है, एच आर दे बराबर आ जाएगा तो वी 0 हो जाएगा। पोल्स से डेल्टा 90 डिग्री होंदा है, एच 0 हो जाता है तो वी आर के बराबर होंदा है। सो पोल्स के उपर जो असी मैगनेट नूं फ्रीली सस्पेंड करते हैं वो हमेशा वर्टिकल डायरैक्शन दे विच होएगा, तो इक्वेटर के जो विच उपर इक्वेटर ते जो असी मैगनेट नूं हमेशा सस्पेंड करते हैं तो वह हमेशा अपने आप नूं नॉर्थ साउथ इस डायरैक्शन दे विच प्लेस करेगा, हॉरिजॉन्टल मतलब इक्वेटर ते। हुण वी आर एट अमृतसर, तो अमृतसर जिहड़ा है वो इक्वेटर तो उपर है, अगर यह इक्वेटर है इक्वेटर की लाइन है, दिस इज़ द इक्वेटर, है इक्वेटर की लाइन है, तो अगर असी अमृतसर नूं लईए तो अमृतसर इक्वेटर तो है ट्रॉपिक ऑफ कैंसर, तो असी इस जगह ते वी आर हेयर, अमृतसर इज़ एट हेयर। तो अमृतसर के उपर जो तुसी किसी मैगनेट नूं फ्रीली सस्पेंड करते हो, यू विल ऑलवेज सी कि मैगनेट हमेशा इस डायरैक्शन दे विच अपने आप नूं फ्रीली सस्पेंड करेगा, ना हॉरिजॉन्टल ना वर्टिकल, हॉरिजॉन्टल तो माड़ा जिहा उपर,
ਹਲਕਾ ਜਿਹਾ ਉੱਪਰ ਅੰਮ੍ਰਿਤਸਰ ਦੇ ਵਿੱਚ ਮੈਗਨੇਟ ਹਮੇਸ਼ਾ ਆਪਣੇ ਆਪ ਨੂੰ ਇਸ ਡਾਇਰੈਕਸ਼ਨ ਦੇ ਵਿੱਚ ਸਸਪੈਂਡ ਕਰੇਗਾ। ਹੌਰੀਜ਼ੌਂਟਲ ਵੀ ਨਹੀਂ ਹੋਏਗਾ, ਵਰਟੀਕਲ ਵੀ ਨਹੀਂ ਹੋਏਗਾ, ਦੈਟ ਇਜ਼ ਆਲਵੇਜ਼ ਲਾਈਕ ਦਿਸ ਡਾਇਰੈਕਸ਼ਨ, ਟਿਲਟ ਹੋਏਗਾ। ਪੋਲਸ 'ਤੇ ਹਮੇਸ਼ਾ ਵਰਟੀਕਲ, ਇਕੁਏਟਰ 'ਤੇ ਹਮੇਸ਼ਾ ਹੌਰੀਜ਼ੌਂਟਲ, ਅਤੇ ਉਹਦੇ ਵਿਚਕਾਰ ਹਮੇਸ਼ਾ ਇਸ ਤਰੀਕੇ ਨਾਲ ਟਿਲਟਡ ਹੋਏਗਾ। ਮੀਨਸ ਅਗਰ ਮੈਂ ਤੁਹਾਨੂੰ ਇਹਦਾ ਡਾਇਗਰਾਮ ਬਣਾ ਕੇ ਦਿਖਾਵਾਂ, ਆਈ ਵਿਲ ਸ਼ੋ ਯੂ ਹਾਊ ਇਟ ਹੈਪਨਸ। ਇਹ ਸਾਡੇ ਕੋਲ अर्थ है, दिस इज इक्वेटर, इक्वेटर है, ਇਹ ਪੋਲਸ ਨੇ, ਨਾਰਥ ਪੋਲ, ਸਾਊਥ ਪੋਲ। ਇਕੁਏਟਰ 'ਤੇ ਜਦੋਂ ਅਸੀਂ ਮੈਗਨੇਟ ਨੂੰ ਫਰੀਲੀ ਸਸਪੈਂਡ ਕਰਾਂਗੇ, ਇਟ ਇਜ਼ ਇਨ ਦਿਸ ਸ਼ੇਪ। ਪੋਲਸ 'ਤੇ ਮੈਗਨੇਟ ਹਮੇਸ਼ਾ ਇਸ ਤਰੀਕੇ ਨਾਲ ਆਪਣੇ ਆਪ ਨੂੰ ਸਸਪੈਂਡ ਕਰਦੇ ਆ, ਅਤੇ ਇਹਦੇ ਵਿਚਕਾਰ ਮੈਗਨੇਟ ਹਮੇਸ਼ਾ ਇੱਥੇ ਮਾੜਾ ਜਿਹਾ ਟਿਲਟ ਹੋਏਗਾ। ਇਸ ਜਗ੍ਹਾ 'ਤੇ ਜਾ ਕੇ ਮੈਗਨੇਟ ਦੀ ਸ਼ੇਪ ਇਸ ਤਰ੍ਹਾਂ ਹੋ ਜਾਏਗੀ, ਇਸ ਜਗ੍ਹਾ 'ਤੇ ਜਾ ਕੇ ਥੋੜ੍ਹੀ ਜਿਹੀ ਹੋਰ ਹੋ ਜਾਏਗੀ, ਇੱਥੇ ਪੂਰਾ 90 ਡਿਗਰੀ, ਇੱਥੇ ਇਸ ਤਰ੍ਹਾਂ ਹੈ। ਇਸ ਜਗ੍ਹਾ 'ਤੇ ਜਾ ਕੇ ਇੱਧਰ ਨੂੰ ਹੋ ਜਾਏਗਾ, ਟਿਲਟ ਹੋ ਜਾਏਗਾ ਥੋੜ੍ਹਾ ਜਿਹਾ ਲਾਈਕ ਦਿਸ, ਇੱਥੇ ਥੋੜ੍ਹਾ ਜਿਹਾ ਹੋਰ ਇੱਧਰ ਨੂੰ ਹੋ ਜਾਏਗਾ, ਇੱਥੇ ਹਲਕਾ ਜਿਹਾ ਇਸ ਤਰ੍ਹਾਂ ਹੋ ਜਾਏਗਾ, ਇੱਥੇ ਜਾ ਕੇ ਫਿਰ ਪੂਰਾ ਇਹ ਚੀਜ਼ ਆ ਜਾਏਗੀ। ਇਸ ਤਰੀਕੇ ਨਾਲ ਅਲੱਗ-ਅਲੱਗ ਜਗ੍ਹਾ 'ਤੇ ਮੈਗਨੇਟ ਜਿਹੜਾ ਹੈ ਉਹ ਆਪਣੀ ਪੋਜੀਸ਼ਨ ਚੇਂਜ ਕਰਦਾ ਰਹਿੰਦਾ। ਨਾ ਅਗਰ ਅਸੀਂ ਇਫ ਵੀ ਡਰਾ ਦ ਮੈਗਨੈਟਿਕ ਲਾਈਨ ਆਫ ਫੋਰਸਿਸ, ਅਗਰ ਅਸੀਂ ਮੈਗਨੈਟਿਕ ਲਾਈਨ ਆਫ ਫੋਰਸਿਸ ਡਰਾ ਕਰੀਏ, ਜਿਵੇਂ ਇਹ ਮੈਗਨੇਟ ਹੈ, ਦਿਸ ਇਜ਼ ਦ ਮੈਗਨੇਟ ਨਾਰਥ ਔਰ ਸਾਊਥ, ਇਹ ਜੋਗ੍ਰਾਫਿਕ ਨਾਰਥ ਹੈ और a geographic south. Now we draw the magnetic line of forces, north to south आएंगी, इधरों दी like this, इधरों दी like this, बाहर नूं दी अंदर नूं। इस तरीके ਨਾਲ मैगनैटिक लाइन ऑफ फोर्सेस बननगियां, इधरों दी इधर नूं जाणगियां। ਇਹ अर्थ मैगनैटिक फील्ड इधरों दूँ आ गई लाइक दिस, इधर नूं आ गई ना। उससे नॉर्थ नूं नॉर्थ वाली साइड रखिया, साउथ नूं असीं साउथ वाली साइड रखिया, ते साडे कोल न्यूट्रल पॉइंट जिहड़े आ ओह हॉरिजॉन्टल लाइन ते आउणगे। इस जगह ते एक न्यूट्रल पॉइंट इस जगह ते आ जाएगा, एक न्यूट्रल पॉइंट इस जगह ते। न्यूट्रल पॉइंट वो पॉइंट जिथे तो न्यूट्रल पॉइंट के लागे जाके कोई भी मैगनैटिक फील्ड नहीं होएगी। वही अगर असी नॉर्थ पोल तो साउथ पोल मैगनेट का, यह मैगनेट है, यह जोग्राफिक साउथ तो जोग्राफिक नॉर्थ उल्टा कर दिता। नॉर्थ पोल नूं जोग्राफिक साउथ वाल रखता तो साउथ पोल नूं जोग्राफिक नॉर्थ वाल रखता। इस पॉइंट ते अगर असी मैगनैटिक लाइन ऑफ फोर्सेस ड्रॉ करिए लाइक दिस, they will go like this। इस तरह आएंगे इधर नूं आएंगे, तो साढ़े कोल जिहड़ा न्यूट्रल पॉइंट आएंगे वो वर्टिकल आ गए। इस पॉइंट ते साढ़े कोल दो न्यूट्रल पॉइंट आएंगे, तो जदों सेम साइड रखांगे उस वाले न्यूट्रल पॉइंट दो साढ़े कोल इस जगह आएंगे व्हेन वी ड्रॉ द मैगनैटिक लाइन ऑफ फोर्सेस ऑफ अ मैगनेट। नाउ दिस इज़ ऑल अबाउट आवर अर्थ मैगनेटिज्म। तो नैक्सट लैक्चर दे विच असी लास्ट चैप्टर ऑफ दिस यूनिट करांगे, एंड दैट इज़ अबाउट द बार मैगनेट के बारे ही है। डायमैगनैटिक, पैरामैगनैटिक ते कुछ डेफिनेशंस ने वो डिस्कस करांगे।